ਅਕਾਲ ਪੁਰਖ ਦੀ ਸਿਫਤ ਸਲਾਹ ਦੇ ਪ੍ਰੋਗਰਾਮ ਇੱਕ ਓਂਕਾਰ ਵਿੱਚ ਆਪ ਜੀ ਦਾ ਸਵਾਗਤ ਹੈ। ਸਾਧ ਸੰਗਤ ਜੀ, ਅੱਜ ਅਸੀਂ ਆਪਣੀ ਧਰਮ ਵਿਚਾਰ ਵਿੱਚ ਵਿਚਾਰ ਕਰਨ ਜਾ ਰਹੇ ਹਾਂ ਸੇਵਾ ਦੇ ਉਸ ਮਹੱਤਵ ਬਾਰੇ ਜਿਹੜੀ ਸੇਵਾ ਗੁਰੂ ਘਰ ਨੂੰ ਪ੍ਰਵਾਨ ਹੈ, ਜਿਹੜੀ ਗੁਰੂ ਨੂੰ ਪਿਆਰੀ ਲੱਗਦੀ ਹੈ। ਉਹ ਕਿਹੜੀ ਸੇਵਾ ਹੈ ਜਿਸ ਸੇਵਾ ਨੂੰ ਕਰਦੇ ਹੋਇਆਂ ਅਸੀਂ ਗੁਰੂ ਦੇ ਸੱਚੇ ਪਿਆਰੇ ਸਿੱਖ ਬਣ ਸਕਦੇ ਹਾਂ। ਇਸੇ ਤੇ ਅੱਜ ਅਸੀਂ ਆਪਣੀ ਧਰਮ ਵਿਚਾਰ ਕਰਾਂਗੇ ਤੇ ਅੱਜ ਅਸੀਂ ਗੁਰਬਾਣੀ ਦੀ ਇੱਕ ਤੁਕ ਨੂੰ ਆਪਣੀ ਧਰਮ ਵਿਚਾਰ ਦਾ ਆਧਾਰ ਬਣਾਇਆ ਹੈ, ਜਿਹਦੇ ਵਿੱਚ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਕਿ ਕਿਸ ਸੇਵਾ ਨਾਲ ਅਸੀਂ ਗੁਰੂ ਦੇ ਮਨ ਨੂੰ ਮਨਾ ਸਕਦੇ ਹਾਂ। ਤੇ ਅੱਜ ਦੇ ਇਸ ਇੱਕ ਓਂਕਾਰ ਸਫ਼ਰ ਵਿੱਚ ਹਮ ਸਫ਼ਰ ਬਣਨ ਵਾਸਤੇ ਮੌਜੂਦ ਨੇ ਬੀਬੀ ਅਮਰਜੀਤ ਕੌਰ ਜੀ, ਜਿਹੜੇ ਬੀਬੀ ਬਾਣੇ ਕੀਰਤਨੀ ਜੱਥਾ ਰਾਜੌਰੀ ਗਾਰਡਨ ਦੇ ਮੁਖੀ ਵਜੋਂ ਆਪਣੀ ਸੇਵਾਵਾਂ ਨਿਭਾ ਰਹੇ ਨੇ। ਬੀਬੀ ਅਮਰਜੀਤ ਕੌਰ ਜੀ, ਤੁਹਾਡਾ ਇੱਕ ਓਂਕਾਰ ਵਿੱਚ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਆਓ ਸਾਧ ਸੰਗਤ ਜੀ, ਆਪਣੇ ਪ੍ਰੋਗਰਾਮ ਅੱਜ ਦੀ ਧਰਮ ਵਿਚਾਰ। सतगुर की सेवा सफल है, जेको करे चित लाहे, मंच दिया फल पावना होमे विचो जाए। सेवा ते सिमरन इस गुरसिੱਖੀ ਦੇ ਦੋ ਵੱਡੇ ਥੰਮ ਨੇ ਜਿਨ੍ਹਾਂ ਤੇ ਗੁਰਸਿੱਖੀ ਦੀ ਬੁਨਿਆਦ ਰੱਖੀ ਹੋਈ ਹੈ। ਤੇ ਜੇਕਰ ਅਸੀਂ ਸੇਵਾ ਦੀ ਗੱਲ ਕਰਨੇ ਹਾਂ, ਸੇਵਾ ਅਸੀਂ ਗੁਰਦੁਆਰਾ ਵਿੱਚ ਦੇਖਨੇ ਹਾਂ। ਜਦ ਅਸੀਂ ਗੁਰਦੁਆਰੇ ਵਿੱਚ ਅੰਦਰ ਜਾਂਦੇ ਹਾਂ ਤੇ ਜੋੜੇ ਘਰ ਤੋਂ ਅਸੀਂ ਸੇਵਾ ਦਾ ਰੂਪ ਦੇਖਣਾ ਸ਼ੁਰੂ ਹੋ ਜਾਂਦੇ ਹਾਂ। ਜੋੜੇ ਘਰ ਤੋਂ ਬਾਅਦ ਅਸੀਂ ਵੱਖ-ਵੱਖ ਰੂਪਾਂ ਵਿੱਚ, ਭਾਵੇਂ ਲੰਗਰ ਦੀ ਸੇਵਾ ਦੀ ਗੱਲ ਕੀਤੀ ਜਾਏ, ਭਾਵੇਂ ਝੂਠੇ ਭਾਂਡੇ ਮਾਂਜਣ ਦੀ ਗੱਲ ਕੀਤੀ ਜਾਏ, ਭਾਵੇਂ ਸੰਗਤਾਂ ਨੂੰ ਕਿਸੇ ਸਹੂਲੀਅਤ ਦੇਣ ਦੀ ਗੱਲ ਕੀਤੀ ਜਾਏ, ਸੇਵਾ ਕਿਸੇ ਨਾ ਕਿਸੇ ਰੂਪ ਵਿੱਚ ਨਜ਼ਰ ਆਉਂਦੀ ਹੈ। ਪਰ ਕੀ ਸੇਵਾ ਸਿਰਫ ਗੁਰੂ ਘਰ ਤੱਕ ਹੀ ਸੀਮਤ ਹੈ ਜਾਂ ਸੇਵਾ ਦਾ ਕੀ ਰੂਪ ਅਸਲ ਹੈ? ਇਸੇ ਤੇ ਅੱਜ ਅਸੀਂ ਆਪਣੇ ਵਿਚਾਰ ਕਰਾਂਗੇ ਤੇ ਨਾਲ ਇਹ ਵੀ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਕਿ ਸੇਵਾ ਜਿਹੜੀ ਅਸੀਂ ਕਰਨੇ ਹਾਂ ਕੀ ਉਹ ਗੁਰੂ ਨੂੰ ਪਾਉਂਦੀ ਹੈ ਤੇ ਕਿਹੜੀ ਉਹ ਸੇਵਾ ਹੈ ਜਿਹੜੀ ਗੁਰੂ ਨੂੰ ਸਭ ਤੋਂ ਪਿਆਰੀ ਲੱਗਦੀ ਹੈ। ਤੇ ਇਸੇ ਤੇ ਅੱਜ ਅਸੀਂ ਆਪਣੇ ਵਿਚਾਰ ਕਰ ਰਹੇ ਹਾਂ। ਤੇ ਬੀਬੀ ਅਮਰਜੀਤ ਕੌਰ ਜੀ, ਜਿਸ ਤਰ੍ਹਾਂ ਅੱਜ ਅਸੀਂ ਆਪਣਾ ਵਿਸ਼ਾ ਲਿਆ ਹੈ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਇਸ ਤੋਂ ਪਹਿਲਾਂ ਕਿ ਅਸੀਂ ਸਤਿਗੁਰੂ ਦੇ ਮਨ ਨੂੰ ਮੰਨਣ ਵਾਲੀ ਗੱਲ ਕਰੀਏ, ਅਸੀਂ ਚਾਹਾਂਗੇ ਪਹਿਲੇ ਸੇਵਾ ਤੇ ਹੀ ਗੱਲ ਕੀਤੀ ਜਾਏ। ਸੇਵਾ ਹੈ ਕੀ? ਬਿਲਕੁਲ ਜਸਪਾਲ ਜੀ, ਜਿਸ ਤਰ੍ਹਾਂ ਤੁਸੀਂ ਹੁਣੇ ਹੀ ਕਿਹਾ ਵੇ ਕਿ ਸੇਵਾ ਦੋ ਥੰਮ ਨੇ ਜੋ ਗੁਰਮਤ ਵਿੱਚ, ਇੱਕ ਸੇਵਾ ਤੇ ਇੱਕ ਸਿਮਰਨ। ਜਿਸ ਤਰ੍ਹਾਂ ਪੰਛੀ ਦੇ ਦੋ ਪੰਖ ਹੁੰਦੇ ਨੇ ਤਾਂ ਹੀ ਪੰਛੀ ਉੜ ਸਕਦਾ, ਇੱਕ ਪੰਖ ਨਾਲ ਪੰਛੀ ਉੜ ਨਹੀਂ ਸਕਦਾ। ਉਹਦੇ ਦੋ ਪੰਖ ਨੇ। ਇਨਸਾਨ ਨੂੰ ਵਾਹਿਗੁਰੂ ਨੇ ਦੋ ਲੱਤਾਂ ਦਿੱਤੀਆਂ ਨੇ, ਦੋ ਲੱਤਾਂ ਇਕੱਠੀਆਂ ਚੱਲਣ ਤਾਂ ਹੀ ਅੱਗੋਂ ਵੱਧ ਸਕਦੀਆਂ ਨੇ। ਇੱਕ ਲੱਤ ਨਾਲ ਇਨਸਾਨ ਬਹੁਤ ਹੀ ਦੂਰ ਤੱਕ ਨਹੀਂ ਜਾ ਸਕਦਾ। ਚਾਹੇ ਦੂਸਰੀ ਲੱਕੜ ਦੀ ਲੱਤ ਦਾ ਸਹਾਰਾ ਲੈਂਦਾ, ਪਰ ਉਹਨੂੰ ਅੱਗੇ ਵਧਣ ਵਾਸਤੇ ਦੂਸਰੀ ਲੱਤ ਚਾਹੀਦੀ ਹੈ। ਇਸੇ ਤਰ੍ਹਾਂ ਸੇਵਾ ਤੇ ਸਿਮਰਨ ਇਹ ਗੁਰਮਤ ਦੇ ਵਿੱਚ ਸਭ ਤੋਂ ਜ਼ਰੂਰੀ ਹੈ। ਹਾਲਾਂਕਿ ਜਪ ਤਪ ਭਗਤੀ ਬੰਦਗੀ ਪਹਿਲੇ ਵੀ ਆ ਰਹੀ ਸੀ, ਪਹਿਲੇ ਯੁੱਗਾਂ ਤੋਂ ਵੀ ਆ ਰਹੀ ਸੀ, ਪਰ ਗੁਰੂ ਨਾਨਕ ਦੇਵ ਜੀ ਨੇ ਨਾਲ ਸੇਵਾ ਦਾ ਕੰਸੈਪਟ ਜ਼ਰੂਰੀ ਕਰ ਦਿੱਤਾ ਜੀ, ਕਿ ਜਿੰਨਾ ਜਪ ਤਪ ਕਰਨਾ ਜ਼ਰੂਰੀ ਹੈ, ਜਿੰਨਾ ਭਗਤੀ ਕਰਨੀ ਜ਼ਰੂਰੀ ਹੈ, ਓਨਾ ਹੀ ਸੇਵਾ ਕਰਨੀ ਜ਼ਰੂਰੀ ਹੈ। ਬਲਕਿ ਅਗਰ ਆਪਾਂ ਇਤਿਹਾਸ ਨੂੰ ਵੇਖਾਂਗੇ ਨਾ ਤੇ ਸੇਵਾ ਨੂੰ ਪਹਿਲ ਆ ਜਾਂਦੀ ਹੈ। ਕਿਸ ਤਰ੍ਹਾਂ? ਭਾਈ ਲਹਿਣਾ ਜੀ ਨੇ ਸੇਵਾ ਕੀਤੀ, ਗੁਰੂ ਨੂੰ ਰਿਝਾ ਲਿਆ। ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ, ਗੁਰੂ ਨੂੰ ਰਿਝਾ ਲਿਆ। ਗੁਰੂ ਰਾਮਦਾਸ ਜੀ ਨੇ ਜਿਸ ਵੇਲੇ ਥੜੇ ਬਣੇ ਨੇ, ਵੈਸੇ ਤਾਂ ਕਈ ਸੇਵਾਵਾਂ ਕੀਤੀਆਂ ਨੇ, ਪਰ ਚਲੋ ਆਪਾਂ ਇੱਕ ਛੋਟਾ ਜਿਹਾ ਜ਼ਿਕਰ ਲੈ ਲੈਂਦੇ ਹਾਂ। ਜਿਸ ਵੇਲੇ ਦਾਤਾ ਜੀ ਨੇ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਦੋਨਾਂ ਜਵਾਈਆਂ ਨੂੰ ਕਿਹਾ ਕਿ ਇੱਥੇ ਬਹਿਣ ਵਾਸਤੇ ਇੱਕ ਥੜਾ ਬਣਾਓ ਜੀ, ਤੇ ਥੜਾ ਬਣਾਉਣਾ ਸ਼ੁਰੂ ਹੋ ਗਏ ਦੋਨੋਂ ਜਣੇ। ਸਤਿਗੁਰੂ ਜੀ ਸ਼ਾਮਾਂ ਨੂੰ ਆਏ ਤੇ ਆ ਕੇ ਕਹਿਣ ਲੱਗੇ ਕਿ ਨਹੀਂ, ਥੜਾ ਇਸ ਤਰ੍ਹਾਂ ਨਹੀਂ ਬਣਿਆ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ, ਇਹ ਢਾਹ ਕੇ ਦੁਬਾਰਾ ਬਣਾਓ। ਫਿਰ ਦੂਸਰੇ ਦਿਨ ਬਣਾਇਆ ਗਿਆ। ਦੂਸਰੇ ਦਿਨ ਫਿਰ ਸਤਿਗੁਰੂ ਨੇ ਕਹਿਤਾ ਕਿ ਨਹੀਂ, ਜਿਹੋ ਜਿਹਾ ਅਸੀਂ ਚਾਹੁੰਦੇ ਉਹ ਜਿਹਾ ਨਹੀਂ, ਤਾਂ ਫਿਰ ਢਾਇਆ ਗਿਆ। ਫਿਰ ਤੀਸਰੇ ਦਿਨ ਉਹਨਾਂ ਨੇ ਕਿਹਾ ਕਿ ਅੱਜ ਤੁਸੀਂ ਥੜਾ ਦੁਬਾਰਾ ਬਣਾਓ। ਤੇ ਇਸ ਤਰ੍ਹਾਂ ਕਰਕੇ ਜਦੋਂ ਥੜਾ ਬਣਾਉਣ ਦੇ ਵਿੱਚ ਸੇਵਾ ਖੁਸ਼ੀ ਕੀਤੀ, ਬਹੁਤ ਖੁਸ਼ੀ ਕੀਤੀ। ਢਾਣ ਵਿੱਚ ਵੀ ਕੋਈ ਉਹਨਾਂ ਨੇ ਦੁੱਖ ਨਹੀਂ ਮਨਾਇਆ। ਜਦੋਂ ਗੁਰੂ ਰਾਮਦਾਸ ਜੀ ਨੇ ਤਾਂ ਗੁਰੂ ਜੀ ਨੂੰ ਪ੍ਰਵਾਨ ਹੋ ਗਏ, ਤਾਂ ਉਹਨਾਂ ਦੀ ਸੇਵਾ ਥੜਾ ਬਣਾਉਣ ਦੀ ਪ੍ਰਵਾਨ ਹੋ ਗਈ। ਇਸ ਤਰ੍ਹਾਂ ਅਗਰ ਆਪਾਂ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਵਿੱਚੋਂ ਲੈਂਦੇ ਹਾਂ ਤੇ ਭਾਈ ਲਹਿਣਾ ਜੀ, ਜਿਸ ਵੇਲੇ ਦਾਤਾ ਜੀ ਕਹਿੰਦੇ ਨਾ ਆਪਣੇ ਬੱਚਿਆਂ ਨੂੰ, ਆਪਣੇ ਪੁੱਤਰਾਂ ਨੂੰ ਕਿ ਉੱਠ ਕੇ ਕਿੱਕਰ ਦਾ ਦਰਖਤ ਹਲੂਣੋ ਮਠਿਆਈ ਡਿੱਗੇਗੀ, ਤਾਂ ਉਹਨਾਂ ਦੇ ਦੋਨੋਂ ਬੱਚੇ ਇਨਕਾਰ ਕਰ ਦਿੰਦੇ ਨੇ ਕਿ ਨਹੀਂ ਦਾਤਾ ਜੀ, ਕਦੀ ਕਿੱਕਰਾਂ ਤੋਂ ਹੀ ਮਠਿਆਈ ਡਿੱਗੀ ਹੈ, ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ।
ਪਰ ਜਦੋਂ ਭਾਈ ਲਹਿਣਾ ਜੀ ਨੂੰ ਕਿਹਾ ਨਾ ਕਿ ਤੁਸੀਂ ਇਹਨੂੰ ਹਲੂਣੋ ਤਾਂ ਕਿ ਮਠਿਆਈ ਡਿੱਗੇ ਤੇ ਸੰਗਤਾਂ ਛਕਣ, ਤੇ ਭਾਈ ਲਹਿਣਾ ਜੀ ਉੱਠ ਖਲੋਤੇ ਹੋਏ ਹੁਕਮ ਮੰਨਣ ਲਈ, ਸੇਵਾ ਕਰਨ ਲਈ। ਉਸ ਵੇਲੇ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਕਿ ਤੁਸੀਂ ਕੀ ਕਰ ਰਹੇ ਹੋ, ਕਦੀ ਕਿੱਕਰ ਤੋਂ ਹੀ ਮਠਿਆਈਆਂ ਡਿੱਗੀਆਂ ਨੇ? ਤਾਂ ਅੱਗੋਂ ਉਹਨਾਂ ਨੇ ਕੀ ਜਵਾਬ ਦਿੱਤਾ ਕਿ ਮੈਂ ਆਪਣੇ ਗੁਰੂ ਦਾ ਹੁਕਮ ਮੰਨਣਾ ਹੈ, ਮੈਂ ਸੇਵਾ ਵਿੱਚ ਤਤਪਰ ਰਹਿਣਾ ਹੈ, ਮੈਂ ਸੇਵਾ ਕਰਨੀ ਹੈ, ਜੋ ਮੇਰੇ ਮਾਲਕ ਦਾ ਹੁਕਮ ਹੈ, ਮਠਿਆਈ ਡਿੱਗੇ ਜਾਂ ਨਾ ਡਿੱਗੇ ਮੈਨੂੰ ਇਹਦਾ ਮਤਲਬ ਨਹੀਂ, ਪਰ ਮੈਂ ਦਰਖਤ ਹਲੂਣਨਾ ਕਿਉਂਕਿ ਮੇਰੇ ਮਾਲਕ ਨੇ ਕਿਹਾ। ਤਾਂ ਉਹਨਾਂ ਨੇ ਜਦੋਂ ਦਰਖਤ ਹਲੂਣਿਆ ਤਾਂ ਸਤਿਗੁਰੂ ਜੀ ਜੋ ਸਰਬ ਕਲਾ ਸਮਰੱਥ ਨੇ, ਉਹਨਾਂ ਨੇ ਕਿੱਕਰ ਦੇ ਕੰਡਿਆਂ ਵਾਲੇ ਦਰਖਤ ਤੋਂ ਮਠਿਆਈਆਂ ਲੈ ਲਈਆਂ ਜੀ, ਔਰ ਸੰਗਤਾਂ ਨੇ ਰੱਜ ਰੱਜ ਕੇ ਛਕੀਆਂ। ਆਪਾਂ ਯਾਨੀ ਇਸ ਤੋਂ ਸਾਨੂੰ ਦੋ ਗੱਲਾਂ ਸਮਝ ਆਈ, ਜਿਹੜੇ ਤੁਸੀਂ ਦੋ ਸਾਖੀ ਸਾਨੂੰ, ਇੱਕ ਗੁਰੂ ਰਾਮਦਾਸ ਜੀ ਤੇ ਭਾਈ ਲਹਿਣਾ ਜੀ ਦੀ, ਜੇ ਗੁਰੂ ਅੰਗਦ ਦੇਵ ਜੀ ਦੀ ਜਿਹੜੀ ਦੋ ਸਾਖੀ ਦੱਸੀਆਂ, ਉਹਦੇ ਨਾਲ ਦੋ ਗੱਲਾਂ ਸਾਹਮਣੇ ਆਈਆਂ। ਇੱਕ ਤਾਂ ਸੇਵਾ ਕਰਨ ਵੇਲੇ ਹਉਮੈ ਨੂੰ ਤਿਆਗਣਾ ਹੁੰਦਾ ਹੈ, ਬਿਲਕੁਲ। ਦੂਜੀ ਗੱਲ ਇਹਦੇ ਵਿੱਚ ਕਿ ਸੇਵਾ ਕਰਦੇ ਹੋਏ ਆਪਣੀ ਮੱਤ ਨੂੰ ਵੀ ਤਿਆਗਣਾ, ਹਾਂ, ਆਪਣੀ ਬੁੱਧੀ ਨੂੰ ਬਿਲਕੁਲ ਤਿਆਗ ਦੇਣਾ ਕਿ ਡਿੱਗੇ ਮਠਿਆਈ ਜਾਂ ਨਾ ਡਿੱਗੇ, ਇਹਦੇ ਨਾਲ ਮੈਨੂੰ ਮਤਲਬ ਨਹੀਂ, ਆਪਣੀ ਬੁੱਧੀ ਨਹੀਂ ਵਰਤਣੀ। ਉਸ ਵੇਲੇ ਜੋ ਸਤਿਗੁਰਾਂ ਨੇ ਕਹਿਤਾ ਸਤ ਬਚਨ ਕਰਕੇ ਐਰਨ ਜਿਉ ਸਿਰ ਦੇ, ਇੱਕ ਬਾਣੀ ਚ ਤੋਂ ਕਹਿੰਦੇ ਹੈ ਨਾ ਕਿ ਮਨ ਤਨ ਅੱਗੇ ਰੱਖ ਕੇ ਉੱਭੀ ਸੇਵ ਕਰੇ, ਕਿ ਜਿਸ ਤਰ੍ਹਾਂ ਐਰਨ ਦੇ ਉੱਪਰ ਸਿਰ ਰੱਖ ਦਿੰਦੇ ਨਾ, ਐਰਨ ਨੂੰ ਜੋ ਲੋਹਾ ਕੁੱਟਦੇ ਨੇ, ਤੇ ਉਹ ਥੱਲੇ ਸਿਰ ਰੱਖ ਕੇ ਪਿਆਰਾਂ ਨਾਲ ਜਿੰਨੀਆਂ ਮਰਜ਼ੀ ਤੋਂ ਚੋਟਾਂ ਮਾਰ ਲੈ। ਤੇ ਇਸ ਤਰ੍ਹਾਂ ਨਾਲ ਜੋ ਸੇਵਾ ਵੀ ਹੈ ਨਾ, ਇਹ ਇਸ ਤਰ੍ਹਾਂ ਵੇ ਕਿ ਜਿਸ ਤਰ੍ਹਾਂ ਵਾਹਿਗੁਰੂ ਦੇ ਅੱਗੇ ਆਪਣੇ ਆਪ ਨੂੰ ਸੀਸ ਦੇ ਦੇਣਾ ਤੇ ਆਪਣੀ ਬੁੱਧੀ ਗੁਰੂ ਅੱਗੇ ਰੱਖ ਦੇਣੀ ਹੈ, ਤੇ ਸੇਵਾ ਉਹੀ ਪ੍ਰਵਾਨ ਹੁੰਦੀ ਹੈ। ਔਰ ਫਿਰ ਦੇਖੋ ਇਤਿਹਾਸ ਗਵਾਹ ਹੈ, ਅਗਰ ਭਾਈ ਲਹਿਣਾ ਜੀ ਨੇ ਹੁਕਮ ਮੰਨਿਆ ਸਤ ਬਚਨ ਕਹਿ ਕੇ ਤੇ ਗੁਰਗੱਦੀ ਤੱਕ ਪਹੁੰਚ ਗਏ ਜੀ, ਅਗਰ ਗੁਰੂ ਅਮਰਦਾਸ ਜੀ ਨੇ ਹੁਕਮ ਮੰਨਿਆ ਤੇ ਗੁਰਗੱਦੀ ਤੱਕ ਪਹੁੰਚ ਗਏ। ਯਾਨੀ ਸੇਵਾ ਦੀ ਬਰਕਤ ਹੈ, ਸੇਵਾ ਦੀ ਬਰਕਤ। ਜਪ ਤਪ ਤੇ ਕਰਨਾ ਹੀ ਹੈ, ਭਗਤੀ ਤੇ ਕਰਨੀ ਹੈ, ਵਾਹਿਗੁਰੂ ਵਾਹਿਗੁਰੂ ਨਾਮ ਜਪਣਾ, ਸਿਮਰਨ ਕਰਨਾ, ਪਰ ਨਾਲ ਸੇਵਾ ਵੀ ਜ਼ਰੂਰ ਕਰਨੀ ਹੋਵੇ, ਨਿਸ਼ਕਾਮ ਭਾਵ ਨਾਲ, ਹਉਮੈ ਰਹਿਤ ਕਾਮਨਾ ਰਹਿਤ, ਜਿਹਦੇ 'ਚ ਸਾਡੀ ਕੋਈ ਕਾਮਨਾ ਨਾ ਆਪਣੀ ਹੋਵੇ ਕਿ ਅਸੀਂ ਸੇਵਾ ਕਰੀਏ। ਅੱਜ ਦੀ ਡੇਟ 'ਚ ਕੀ ਆਪਾਂ ਦੇਖਦੇ ਹਾਂ, ਤੁਸੀਂ ਹੁਣੇ ਜ਼ਿਕਰ ਕਰ ਰਹੇ ਸੀ ਨਾ ਕਿ ਜੋੜੇ ਘਰ ਦੀ ਸੇਵਾ ਜਾਂ ਝਾੜੂ ਦੀ ਸੇਵਾ, ਇਹਨੂੰ ਭਾਈ ਗੁਰਦਾਸ ਜੀ ਨੇ ਹੋਰ ਵੀ ਬੜੇ ਸੋਹਣੇ ਤਰ੍ਹਾਂ ਖੋਲ ਕੇ ਲਿਖਿਆ। ਪਰ ਸਾਡੀ ਸੇਵਾ ਦੇ ਪਿੱਛੇ ਨਾ ਇੱਕ ਸਵਾਰਥ ਹੁੰਦਾ ਹੈ, ਬਹੁਤਿਆਂ ਦੇ, ਸਾਰਿਆਂ ਦਾ ਨਹੀਂ ਮੈਂ ਕਹਾਂਗੀ, ਬਹੁਤਿਆਂ ਦਾ ਇੱਕ ਸਵਾਰਥ ਹੁੰਦਾ ਹੈ ਕਿ ਮੇਰਾ ਇਹ ਕੰਮ ਹੋ ਜਾਏ ਮੈਂ ਇੰਨੇ ਦਿਨ ਸੇਵਾ ਕਰਾਂਗਾ ਜਾਂ ਕਰਾਂਗੀ, ਮੇਰਾ ਇਹ ਕੰਮ ਹੋ ਜਾਏ ਮੈਂ ਇੰਨੇ ਪਾਠ ਕਰਾਂਗਾ ਜਾਂ ਕਰਾਂਗੀ। ਚਲੋ ਆਪਾਂ ਇਸ ਕਨਸੈਪਟ ਤੋਂ ਪਹਿਲੇ ਇੱਕ ਹੋਰ ਕਨਸੈਪਟ ਲੈਂਦੇ ਕਿ ਸੇਵਾ ਕਿੰਨੀ ਤਰ੍ਹਾਂ ਦੀ ਹੈ। ਸੇਵਾ 3 ਤਰ੍ਹਾਂ ਦੀ ਤਾਂ ਹੈ ਹੀ ਹੈ, ਮਨ ਕਰਕੇ, ਤਨ ਕਰਕੇ, ਧਨ ਕਰਕੇ। ਕੁਝ ਲੋਕ ਧਨ ਦੀ ਸੇਵਾ ਕਰ ਦਿੰਦੇ ਨੇ ਕਿ ਧਨ ਸਤਿਗੁਰਾਂ ਨੂੰ ਅਰਪਣ ਕੀਤਾ ਅਤੇ ਧਨ ਦੀ ਸੇਵਾ ਹੋ ਗਈ। ਉਸ ਧਨ ਨਾਲ ਦੇਖੋ ਗੁਰਦੁਆਰੇ ਬਣਦੇ ਨੇ, ਹੋਰ ਸਾਜੋ ਸਮਾਨ ਖਰੀਦਿਆ ਜਾਂਦਾ ਹੈ, ਲੰਗਰ ਦੀ ਰਸਤ ਖਰੀਦੀ ਜਾਂਦੀ ਹੈ ਅਤੇ ਹੋਰ ਸਾਰਾ ਕੁਝ ਤਿਆਰ ਕੀਤਾ ਜਾਂਦਾ ਹੈ। ਧਨ ਵੀ ਜ਼ਰੂਰੀ ਹੈ। ਉਸ ਤੋਂ ਔਖੀ ਤਨ ਦੀ ਸੇਵਾ। ਤਨ ਦੀ ਸੇਵਾ ਸਾਰੇ ਨਹੀਂ ਕਰ ਸਕਦੇ, ਧਨ ਦੀ ਸੇਵਾ ਹਰ ਕੋਈ ਕਰ ਲੈਂਦਾ। ਤਨ ਦੀ ਸੇਵਾ ਸਾਰੇ ਨਹੀਂ ਕਰ ਸਕਦੇ। ਤਨ ਦੀ ਸੇਵਾ 'ਚ ਆਪਣੇ ਤਨ ਨੂੰ ਤਪਾਉਣਾ ਪੈਂਦਾ, ਸਰੀਰਕ ਮਿਹਨਤ ਕਰਨੀ ਪੈਂਦੀ, ਮੁਸ਼ੱਕਤ ਕਰਨੀ ਪੈਂਦੀ ਹੈ। ਤਨ ਕਰਕੇ ਵੀ ਬਹੁਤ ਪ੍ਰੇਮੀ ਨੇ ਜਿਹੜੇ ਸੇਵਾ ਕਰਦੇ ਨੇ। ਉਸ ਤੋਂ ਅਗਲੀ ਸੇਵਾ ਆ ਜਾਏਗੀ ਮਨ ਦੀ ਸੇਵਾ। ਹੁਣ ਜੇ ਆਪਾਂ ਦਰੀ ਝਾੜਨੀ, ਬਰਤਨ ਸਾਫ਼ ਕਰਨੇ, ਜੋੜੇ ਘਰ 'ਚ ਖੜੇ ਹੋਣਾ, ਜਲ ਛਕਾਉਣਾ ਜਾਂ ਹੋਰ ਜੋ ਵੀ ਆਪਾਂ ਲੰਗਰ ਬਣਾਉਣਾ, ਪ੍ਰਸ਼ਾਦੇ ਬਣਾਉਣੇ, ਸਬਜ਼ੀਆਂ ਬਣਾਉਣੀਆਂ, ਇਹ ਸਾਰੀ ਤਨ ਦੀ ਸੇਵਾ ਹੈ। ਅਗਲੀ ਆ ਗਈ ਮਨ ਦੀ ਸੇਵਾ। ਮਨ ਦੀ ਸੇਵਾ ਕੀ ਹੈ? ਮਨ ਦੀ ਸੇਵਾ ਪਾਠ ਕਰਨਾ, ਸੁਣਨਾ, ਸੁਣਾਉਣਾ ਜੀ, ਕੀਰਤਨ ਕਰਨਾ, ਸੁਣਨਾ, ਸੁਣਾਉਣਾ। ਇਹ ਮਨ ਸੁਣਦਾ ਨਾ। ਜਦੋਂ ਗੁਰੂ ਨਾਨਕ ਦੇਵ ਜੀ ਨਾ ਕਦੀ ਮਰਦਾਨਾ ਭਾਈ ਜੀ ਨੂੰ ਕਹਿੰਦੇ ਸਨ ਨਾ ਕਿ ਚੱਲ ਮਰਦਾਨਿਆ ਉੱਠ, ਚੱਲ ਸੇਵਾ ਕਰੀਏ, ਤਾਂ ਉਹਨੇ ਕਹਿਣਾ ਦਾਤਾ ਜੀ ਆਪਾਂ ਕੀ ਸੇਵਾ ਕਰਨੇ ਆ? ਕਹਿੰਦੇ ਆਪਾਂ ਮਨ ਦੀ ਸੇਵਾ ਕਰੀਏ, ਚੱਲ ਸੰਗਤਾਂ ਦੇ ਮਨ ਦੀ ਸੇਵਾ ਕਰੀਏ, ਗੁਰੂ ਨਾਲ ਜੁੜੀਏ, ਨਿਰੰਕਾਰ ਨਾਲ, ਤੇ ਸੰਗਤਾਂ ਨੂੰ ਅੱਗੋਂ ਜੋੜੀਏ। ਇੱਥੇ ਗੱਲ ਇੱਕ ਹੋਰ ਆ ਜਾਂਦੀ ਹੈ ਕਿ ਦੇਖ ਰਹੇ ਅਸੀਂ ਕਿ ਮੈਂ ਸੇਵਾ ਦੇ ਤੁਸੀਂ ਪ੍ਰਕਾਰ ਸਾਨੂੰ ਦੱਸੇ ਨੇ, ਪਰ ਇੱਕ ਗੱਲ ਆ ਜਾਂਦੀ ਕਿ ਸੇਵਾ ਦੇ ਪਿੱਛੇ ਗੁਰੂ ਜੀ ਦੀ ਸੋਚ ਕੀ ਹੈ? ਕਿਉਂ ਹੀ ਸੇਵਾ ਦੇ ਨਾਲ ਸਿਮਰਨ ਨੂੰ ਲਿਆਇਆ ਗਿਆ, ਇੰਨੀ ਮਹੱਤਤਾ ਦਿੱਤੀ ਗਈ? ਸੋਚ ਕੀ ਹੈ? ਸੋਚ ਬੜੀ ਵੱਡੀ ਸੋਚ ਹੈ। ਦੇਖੋ ਆਪਣਾ ਪਹਿਲੇ ਜ਼ਮਾਨੇ 'ਚ ਜੋ ਵੀ ਜਪ ਤਪ ਕਰਦੇ ਸਨ, ਰਿਸ਼ੀ ਮੁਨੀ ਜੋ ਵੀ ਕਰਦੇ ਸਨ, ਤੇ ਉਹਨਾਂ ਨੇ ਇਕਾਂਤ 'ਚ ਬੈਠ ਕੇ, ਜੰਗਲਾਂ 'ਚ ਬੈਠ ਕੇ ਜਾਂ ਮੱਠ ਵਿੱਚ ਬੈਠ ਕੇ, ਭੋਰਿਆਂ 'ਚ ਬੈਠ ਕੇ ਕਰਦੇ ਸਨ। ਔਰ ਉਹਨਾਂ ਦੀ ਸੇਵਾ ਵਾਸਤੇ ਕੋਈ ਹੋਰ ਸੇਵਕ ਰੱਖੇ ਹੁੰਦੇ ਸਨ ਜੋ ਉਹਨਾਂ ਦਾ ਲੰਗਰ, ਪਾਣੀ, ਜਲ ਛਕਾਉਣਾ ਜਾਂ ਜੋ ਵੀ ਕਿਰਿਆ ਹੁੰਦੀ ਸੀ। ਪਰ ਉਹਦੇ ਨਾਲ ਕੀ ਹੁੰਦਾ ਸੀ, ਜਪ ਤਪ ਕਰਕੇ ਜਦੋਂ ਰਿੱਧੀਆਂ ਸਿੱਧੀਆਂ ਆ ਗਈਆਂ ਤੇ ਹੰਕਾਰ ਵੀ ਹੋ ਜਾਂਦਾ ਸੀ ਕਿ ਮੈਂ ਇੰਨਾ ਜਪ ਤਪ ਕੀਤਾ। ਹੰਕਾਰ ਜਾ ਕੇ ਫਿਰ ਵਾਰ ਤੇ ਸਰਾਪ,
ਕੋਈ ਖੁਸ਼ ਕਰਦੇ ਵਰ ਦੇ ਦੇਣੇ ਤੇ ਕਿਸੇ ਨੇ ਕੋਈ ਕਹਿਣਾ ਨਹੀਂ ਮੰਨਿਆ ਤਾਂ ਝੱਟ ਸਰਾਪ ਦੇ ਦੇਣਾ ਜੀ। ਇਵਨ ਕਿ ਆਪਾਂ ਇਤਿਹਾਸ ਵਿੱਚ ਪੜ੍ਹਿਆ ਕਿ ਕੋਈ ਤੇ ਰਿਸ਼ੀ ਮੁਨੀ ਇੰਨੇ ਗਰਮ ਸੁਭਾਅ ਦੇ ਹੋ ਜਾਂਦੇ ਸਨ ਕਿਉਂਕਿ ਜਪ ਤਪ ਨਾਲ ਨਾ ਅੰਦਰ ਗਰਮੈਸ਼ ਹੁੰਦੀ ਹੈ, ਅੰਦਰ ਤਪ ਮੀਨਸ ਤਪਣਾ ਜੀ। ਮਨ ਤਨ ਨਾ ਅੰਦਰੋਂ ਇੱਕ ਵਾਰੀ ਨਾ ਹੰਕਾਰ ਦੇ ਤਪ ਨਾਲ ਤਪ ਜਾਂਦਾ ਹੈ ਤੇ ਅਗਰ ਕਿਸੇ ਨੇ ਉਹ ਹੁਕਮ ਨਾ ਮੰਨਣਾ, ਕਹਿਣਾ ਨਾ ਮੰਨਣਾ ਤੇ ਝੱਟ ਉਹਨੂੰ ਸਰਾਪ ਦੇ ਦੇਣਾ। ਤੇ ਸਤਿਗੁਰਾਂ ਨੇ ਫਿਰ ਕਿਹਾ ਕਿ ਨਹੀਂ, ਜੋ ਇਨਸਾਨ ਉੱਚਾ ਉੱਠ ਰਿਹਾ ਹੈ ਆਮ ਇਨਸਾਨ ਤੋਂ, ਉਹਦੇ 'ਚ ਤਾਂ ਗੁਣ ਆ ਰਹੇ ਨੇ ਤੇ ਗੁਣ ਆਣਗੇ ਤੇ ਗੁਣ ਦਾ ਕੀ ਮਤਲਬ ਹੈ? ਦੂਜਿਆਂ ਦੀ ਸੇਵਾ ਕਰਨੀ। ਜਿਸ ਤਰ੍ਹਾਂ ਦਰਖਤ ਹੈ, ਦਰਖਤ ਆਪ ਫਲ ਨਹੀਂ ਖਾਂਦਾ, ਧੁੱਪਾਂ ਸਹਾਰਦਾ, ਬਾਰਿਸ਼ ਸਹਾਰਦਾ, ਮੀਂਹ ਸਹਾਰਦਾ, ਹਰ ਵੇਲੇ ਖੜਾ ਰਹਿੰਦਾ ਇੱਕ ਪੈਰ ਦੇ ਉੱਤੇ ਜੀ। ਔਰ ਦਿੰਦਾ ਕੀ ਹੈ? ਕਿਸੇ ਨੂੰ ਜੜ੍ਹਾਂ ਦਿੰਦਾ ਦਵਾਈ ਦੇ ਰੂਪ ਵਿੱਚ, ਕਿਸੇ ਨੂੰ ਤਣਾ, ਦਰਖਤ ਜੋ ਆਪਣੇ ਦਰਵਾਜ਼ੇ ਖਿੜਕੀਆਂ ਬਣਦੇ ਨੇ ਉਹ ਤਣੇ ਤੋਂ ਬਣਦੇ ਨੇ, ਕਿਸੇ ਨੂੰ ਟਹਿਣੀਆਂ ਦਿੰਦਾ ਬਾਲਣ ਵਾਸਤੇ, ਕਿਸੇ ਨੂੰ ਪੱਤੇ ਦਿੰਦਾ ਖਾਣ ਵਾਸਤੇ, ਕਿਸੇ ਨੂੰ ਫੁੱਲ, ਕਿਸੇ ਨੂੰ ਫਲ, ਹਰ ਇੱਕ ਦੀ ਸੇਵਾ ਕਰਦਾ ਪਰ ਆਪ ਕੁਛ ਨਹੀਂ ਖਾਂਦਾ, ਆਪ ਸਿਰਫ ਤਪ ਕਰਦਾ। ਇਸ ਤਰ੍ਹਾਂ ਪਾਣੀ ਦਾ ਸਰੋਵਰ ਭਰਿਆ ਹੋਇਆ ਜੀ ਤੇ ਪਰ ਸਰੋਵਰ ਆਪ ਪਾਣੀ ਨਹੀਂ ਪੀਂਦਾ, ਉਹ ਹਰ ਆਏ ਗਏ ਦੀ ਪਿਆਸ ਬੁਝਾਉਂਦਾ ਹੈ, ਹਰ ਪਸ਼ੂ ਪੰਛੀ ਦੀ ਪਿਆਸ ਬੁਝਾਉਂਦਾ ਹੈ, ਹਰ ਪੌਦਿਆਂ ਨੂੰ ਪਾਣੀ ਦੇ ਕੇ ਆਪਾਂ ਸਿੰਚਦੇ ਹਾਂ, ਹਰੇ ਭਰੇ ਕਰਨੇ ਆ, ਉਹਨਾਂ ਤੋਂ ਫਲ ਫਰੂਟ ਲੈਂਦੇ ਹਾਂ। ਸੋ ਅਗਰ ਇਨਸਾਨ ਥੋੜਾ ਉੱਚਾ ਉੱਠ ਰਿਹਾ ਆਮ ਇਨਸਾਨ ਤੋਂ, ਇੱਕ ਆਮ ਇਨਸਾਨ ਸਿਰਫ ਆਪਣਾ ਪਰਿਵਾਰ ਪਾਲਦਾ ਜੀ, ਆਪਣੇ ਭੈਣ ਭਰਾ ਆਪਣੇ ਰਿਸ਼ਤੇਦਾਰਾਂ ਤੱਕ ਲਿਮਟਿਡ ਰਹਿੰਦਾ, ਪਰ ਜੋ ਉੱਚੇ ਉੱਠ ਗਏ, ਮਹਾਂਪੁਰਸ਼ ਬਣ ਗਏ, ਸਿੱਧ ਪੁਰਸ਼ ਬਣ ਗਏ, ਉਹ ਨਾਲ ਫਿਰ ਸਾਰੇ ਜਗਤ ਨੂੰ ਆਪਣਾ ਪਰਿਵਾਰ ਮੰਨਦੇ ਨੇ। ਉਹ ਖਾਲੀ ਹੁਣ ਆਪਣੇ ਪਰਿਵਾਰ ਦੇ 5-4 ਜੀਆਂ ਤੱਕ ਜਾਂ 10-15 ਜੀਆਂ ਤੱਕ ਸੀਮਤ ਨਹੀਂ ਰਹਿੰਦੇ, ਉਹ ਆਪਣੇ ਗਲੀ ਗਵਾਂਢ, ਗੁਰਦੁਆਰਾ ਸਾਹਿਬ, ਆਪਣੇ ਹੋਰ ਕਲੋਨੀ, ਫਿਰ ਆਪਣਾ ਦੇਸ਼, ਆਪਣਾ ਫਿਰ ਵਰਲਡ, ਪੂਰਾ ਵਰਲਡ ਉਹਨਾਂ ਲੱਗਦਾ ਸਾਡਾ ਗੁਰੂ ਨਾਨਕ ਦਾ। ਯਾਨੀ ਨਿਮਰਤਾ ਤੇ ਸਾਂਝੀਵਾਲਤਾ ਨੂੰ ਲਿਆਉਣ ਵਾਸਤੇ ਸੇਵਾ ਦੀ ਬਿਲਕੁਲ ਉਹਨਾਂ ਨੇ ਕਿਹਾ ਸੀ ਕਿ ਜੋ ਮਹਾਂਪੁਰਸ਼ ਉੱਚੇ ਉੱਠਣਗੇ, ਜੋ ਮਹਾਂਪੁਰਸ਼ ਬਣਨਗੇ ਉੱਚੇ ਉੱਠ ਕੇ, ਫਿਰ ਉਹ ਉਹਨਾਂ 'ਚ ਹੰਕਾਰ ਨਹੀਂ ਹੋਣਾ ਚਾਹੀਦਾ ਜੀ। ਤੇ ਜੇ ਹੰਕਾਰ ਆ ਗਿਆ ਤਾਂ ਸੇਵਾ ਕਿਵੇਂ ਕਰਨਗੇ? ਤਾਂ ਉਹਨਾਂ ਨੇ ਫਿਰ ਸੇਵਾ ਦਾ ਕਨਸੈਪਟ ਲਗਾਇਆ ਕਿ ਸੇਵਾ ਜ਼ਰੂਰੀ ਹੈ। ਆਪਾਂ ਇਤਿਹਾਸ ਨੂੰ ਵਾਚੀਏ ਨਾ ਤਾਂ ਗੁਰੂ ਨਾਨਕ ਦੇਵ ਦੇ ਟਾਈਮ ਤੇ ਜਦੋਂ ਕਰਤਾਰਪੁਰ ਸਾਹਿਬ ਵੀ ਜਾਂਦੇ ਨੇ ਤਾਂ ਦਾਤਾ ਜੀ ਆਪ ਵੀ ਹਲ ਚਲਾਉਂਦੇ ਨੇ ਤੇ ਸੰਗਤਾਂ ਜਿਹੜੀਆਂ ਉੱਥੇ ਰਹਿੰਦੀਆਂ ਨੇ ਨਾ ਉਹਨਾਂ ਕੋਲ ਵੀ ਚਲਵਾਉਂਦੇ ਨੇ। ਇੱਕ ਬੜੀ ਪਿਆਰੀ ਸਾਖੀ ਯਾਦ ਆ ਗਈ ਕਿ ਸਤਿਗੁਰਾਂ ਨੇ ਜੋ ਲੰਗਰ ਵੀ ਚਲਾਏ ਨੇ ਨਾ, ਕਿਸ ਤਰ੍ਹਾਂ ਚਲਾਏ ਨੇ ਕਿ ਜੋ ਵੀ ਆਵੇ ਤਨ ਦੀ ਤ੍ਰਿਪਤੀ ਵੀ ਚਾਹੀਦੀ ਹੈ, ਭੋਜਨ ਸਾਡੀ ਖੁਰਾਕ ਹੈ। ਇਤਿਹਾਸ 'ਚ ਲਿਖਿਆ ਕਿ ਉੱਥੇ ਨਾ ਉਹਨਾਂ ਨੇ ਕੁਝ ਟਾਈਮ ਸੰਗਤਾਂ ਬਹੁਤ ਆਉਣੀਆਂ ਸ਼ੁਰੂ ਹੋ ਗਿਆ ਕਰਤਾਰਪੁਰ ਸਾਹਿਬ ਨਾਲ, ਜਿਵੇਂ ਜਿਵੇਂ ਗੁਰੂ ਨਾਨਕ ਦੇਵ ਦੀ ਖੁਸ਼ਬੂ ਫੈਲੀ ਤੇ ਸੰਗਤਾਂ ਬਹੁਤ ਆਉਣੀਆਂ ਸ਼ੁਰੂ ਹੋ ਗਈਆਂ। ਜਦੋਂ ਸੰਗਤਾਂ ਆਉਣੀਆਂ ਤੇ ਭਰ ਗਿਆ ਸੰਗਤ। ਇੱਕ ਦਿਨ ਨਾ ਕੋਲ ਬੈਠੇ ਆਪਣੇ ਗੁਰਸਿੱਖਾਂ ਨੇ ਕਿਹਾ ਕਿ ਸਤਿਗੁਰੂ ਜੀ ਹੁਣ ਤਾਂ ਬੜੀਆਂ ਸੰਗਤਾਂ ਆ ਗਈਆਂ ਨੇ, ਸਿੱਖੀ ਦਾ ਪ੍ਰਚਾਰ ਬਹੁਤ ਦੂਰ ਤੱਕ ਹੋਇਆ, ਸੰਗਤਾਂ ਅਥਾਹ ਆ ਰਹੀਆਂ ਨੇ। ਦਾਤਾ ਜੀ ਕਹਿੰਦੇ ਤੁਸੀਂ ਠੀਕ ਕਹਿ ਰਹੇ ਹੋ, ਪਰ ਚਲੋ ਕੋਈ ਗੱਲ ਨਹੀਂ। ਹੋ ਕਿਸੇ ਨੇ ਕਿਤੇ ਢੋਲਕੀ ਛਾਣੇ ਲੈ ਕੇ ਕੀਰਤਨ ਕਰ ਰਹੇ ਨੇ, ਕੋਈ ਕਿਸੇ ਦਰਖਤ ਥੱਲੇ ਬੈਠੇ ਨੇ ਝੁੰਡ ਬਣਾ ਕੇ ਗੁਰੂ ਦੀਆਂ ਗੱਲਾਂ ਕਰ ਰਹੇ ਨੇ। ਖੈਰ ਸਤਿਗੁਰੂ ਨੇ ਇੱਕ ਦਿਨ ਕਿਹਾ ਕਿ ਹੁਣ ਨਾ ਇਹਨਾਂ ਸਭ ਨੂੰ ਅਨਾਉਂਸ ਕਰੋ ਕਿ ਕੱਲ ਤੋਂ ਨਾ ਇੱਥੇ ਜਿਹੜੇ ਖੇਤ ਨਾ ਸਭ ਨੇ ਦੁਪਹਿਰ ਵੇਲੇ ਖੇਤਾਂ 'ਚ ਕੰਮ ਕਰਨਾ ਜੀ। ਚਲੋ ਸੰਗਤਾਂ ਜਦੋਂ ਇਹ ਸੁਣਿਆ ਕਿ ਅੱਛਾ ਕੰਮ ਕਰਨਾ, ਅੱਧੀਆਂ ਸੰਗਤਾਂ ਖਿਸਕੰਤ ਹੋ ਗਈਆਂ ਕਿ ਅੱਗੇ ਤਾਂ ਰੋਜ਼ ਸਵੇਰੇ ਸ਼ਾਮੀ ਲੰਗਰ ਮਿਲ ਜਾਂਦਾ ਸੀ, ਕੀਰਤਨ ਗੁਰੂ ਸੁਣਨਾ, ਗੁਰੂ ਦੇ ਗੁਣ ਗਾਣੇ, ਆਨੰਦ 'ਚ ਸੀਗੇ, ਪਰ ਹੁਣ ਤਨ ਦੀ ਮਿਹਨਤ ਕਰਨੀ ਪਏਗੀ। ਅੱਧੀ ਸੰਗਤ ਖਿਸਕੰਤ ਹੋ ਗਈ। ਹੁਣ ਸਤਿਗੁਰੂ ਨੇ ਅਗਲਾ ਹੁਕਮ ਦਿੱਤਾ ਕਿ ਜੋ ਪ੍ਰਸ਼ਾਦਾ 3 ਟਾਈਮ ਬਣਦਾ ਨਾ ਉਹ 2 ਟਾਈਮ ਕਰ ਦਿਓ, ਜਿਹੜੇ ਰਹਿ ਗਏ ਨਾ ਉਹਨਾਂ ਦਾ 2 ਟਾਈਮ ਕਰ ਦਿਓ। 2 ਟਾਈਮ ਹੋ ਗਿਆ। ਜਦੋਂ 2 ਟਾਈਮ ਹੋਇਆ ਤਾਂ ਕੁਝ ਦਿਨਾਂ ਬਾਅਦ ਕੁਝ ਸੰਗਤਾਂ ਹੋਰ ਚਲੀਆਂ ਗਈਆਂ ਕਿ ਮਿਹਨਤ ਵੀ ਕਰ ਰਹੇ ਹਾਂ ਨਾਲ ਪ੍ਰਸ਼ਾਦਾ ਵੀ 2 ਟਾਈਮ ਹੋ ਗਿਆ। ਫਿਰ ਤੀਸਰੇ ਕੁਝ ਦਿਨਾਂ ਬਾਅਦ ਕਿਹਾ ਕਿ ਹੁਣ ਤੁਸੀਂ ਜੋ 36 ਪ੍ਰਕਾਰ ਦੇ ਭੋਜਨ ਬਣਦੇ ਨੇ ਖਾਲੀ ਦਾਲ ਪ੍ਰਸ਼ਾਦਾ ਬਣਾਓ ਜੀ। ਖਾਲੀ ਦਾਲ ਪ੍ਰਸ਼ਾਦਾ ਤੇ ਆ ਗਏ। ਹੁਣ ਥੋੜ੍ਹੀਆਂ ਸੰਗਤਾਂ ਹੋਰ ਚਲੀਆਂ ਗਈਆਂ। ਹੁਣ ਉਸ ਤੋਂ ਅੱਗੇ ਦਾਤਾ ਨੇ ਕਿਹਾ ਕਿ ਹੁਣ ਦਿਨ ਵਿੱਚ ਇੱਕ ਵਾਰੀ ਪ੍ਰਸ਼ਾਦਾ ਬਣਾਉਣਾ ਸ਼ੁਰੂ ਕਰ ਦਿਓ, ਕੰਮ ਜ਼ਿਆਦਾ ਤੇ ਲੰਗਰ ਪਾਣੀ ਘੱਟ। ਇਸ ਤਰ੍ਹਾਂ ਕੀਤਾ ਗਿਆ, ਹੋ ਗਿਆ ਜੀ। ਹੁਣ ਸੰਗਤਾਂ ਹੋਰ ਘੱਟ ਗਈਆਂ, ਹੋਰ ਚਲੀਆਂ ਗਈਆਂ ਸਤਿਗੁਰਾਂ ਕੋਲ ਛੁੱਟੀਆਂ ਲੈ ਕੇ। ਹੁਣ ਉਸ ਤੋਂ ਅਗਲੇ ਦਿਨ ਆਇਆ ਕਿ ਸਤਿਗੁਰੂ ਕਹਿੰਦੇ ਹੁਣ ਇੱਕ ਦਿਨ ਛੋੜ ਕੇ ਪ੍ਰਸ਼ਾਦਾ ਪਾਣੀ ਬਣਾਓ। ਜਦੋਂ ਇਸ ਤਰ੍ਹਾਂ ਕੀਤਾ ਗਿਆ ਨਾ ਤੇ ਸੰਗਤਾਂ ਕੁਛ ਰਹਿ ਗਈਆਂ। ਕੁਛ ਦਿਨ ਐਵੇਂ ਚੱਲਿਆ ਸਿਲਸਿਲਾ। ਹੁਣ ਜਿਹੜੀਆਂ ਸੰਗਤਾਂ ਰਹਿ ਗਈਆਂ ਨਾ ਤਾਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਗੁਰਸਿੱਖਾਂ ਨੂੰ ਆਨਸਰ ਦਿੱਤਾ ਕਿ ਸੰਗਤਾਂ ਜੋ ਗੁਰੂ ਦੀਆਂ ਪ੍ਰੇਮ ਵਾਲੀਆਂ ਨੇ ਨਾ, ਜੋ ਬਾਣੀ ਦੇ ਪ੍ਰੇਮ ਵਾਲੇ ਨੇ, ਉਹ ਇਹ ਨੇ, ਬਾਕੀ ਸਭ ਲੰਗਰ ਛਕਣ ਵਾਲੀਆਂ ਸਨ। ਸੋ ਲੰਗਰ ਦੀ ਜਿੱਥੇ ਪ੍ਰਥਾ ਹੈ ਨਾ ਉੱਥੇ ਨਾਲ ਉਹਨਾਂ ਦੀ ਇੱਕ ਇਹ ਇਮਤਿਹਾਨ ਵੀ ਹੁੰਦਾ ਕਿ ਖਾਲੀ ਲੰਗਰ ਤੱਕ ਲਿਮਟਿਡ ਨਹੀਂ ਰਹਿਣਾ, ਸੇਵਾ ਕਰਨੀ ਹੈ, ਪਰ ਮਨ ਦੇ ਜੋ ਕੀਰਤਨ ਦਾ ਜੋ ਆਧਾਰ ਹੈ ਜੀ, ਜੋ ਬੇਸ ਸਾਨੂੰ ਦਾਤਾ ਜੀ ਨੇ ਦਿੱਤਾ ਕਿ ਤੇਰਾ ਕੀਰਤਨ ਬਾਣੀ ਦੇ ਨਾਲ ਤੂੰ ਜੁੜਨਾ ਹੈ,
ਲੰਗਰ ਨਾਲ ਨਹੀਂ ਜੁੜਨਾ, ਨਾ ਤੂੰ ਬਿਲਡਿੰਗਾਂ ਨਾਲ ਜੁੜਨਾ ਹੈ, ਤੂੰ ਇਹ ਜੁੜਨਾ। ਸੋ ਸੇਵਾ ਦਾ ਕਨਸੈਪਟ ਸੀ ਕਿ ਤੇਰੇ ਮਨ 'ਚ ਨਿਮਰਤਾ ਆਏ, ਤੂੰ ਦੂਜਿਆਂ ਨੂੰ ਸੁੱਖ ਦੇ ਸਕੇ, ਆਪ ਤਪ ਕੇ ਵੀ, ਆਪ ਮਿਹਨਤ ਮੁਸ਼ੱਕਤ ਕਰਕੇ ਵੀ ਕਿਸੇ ਹੋਰ ਨੂੰ ਸੁੱਖ ਦੇ ਸਕੇ, ਤੇਰੇ 'ਚ ਹਉਮੈ ਨਾ ਆਵੇ।